ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਭੇਟ ਕਰੀਏ। ਪ੍ਰਥਮ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਅਗੰਮੀ ਪੰਕਤੀ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਵਿਚਾਰਾਂ ਸਰਵਣ ਕਰਾ ਰਿਹਾ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾ ਫਲ ਕਾਮਾ। ਧਰਮ ਦੀ ਸਾਰੀ ਸਾਧਨਾ ਮਨ ਤੇ ਖੜੀ ਹੈ। ਤਨ ਦੀ ਵੀ ਆਪਣੀ ਅਹਿਮੀਅਤ ਹੈ। ਸ਼ੁਰੂਆਤ ਤਨ ਤੋਂ ਕਰਨਾ ਪੈਂਦਾ ਹੈ। ਤਨ ਤੇ ਤਲ ਤੇ ਜਿਹੜੀ ਕਿਰਿਆ ਆਰੰਭ ਹੁੰਦੀ ਹੈ, ਉਹਨੂੰ ਇਸਲਾਮੀ ਜਗਤ ਵਿੱਚ ਸ਼ਰਾ ਕਹਿੰਦੇ ਨੇ, ਹਿੰਦੂ ਜਗਤ ਵਿੱਚ ਕਰਮ ਕਾਂਡ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਧਰਮ ਖੰਡ ਕਿਹਾ। ਸ਼ਰਾ, ਕਰਮ ਕਾਂਡ, ਧਰਮ ਖੰਡ, ਸਿਰਫ ਸਰੀਰ ਦੇ ਤਲ ਤੇ ਧਰਮ। ਸ਼ਰਾ ਸਿਰਫ ਤਨ ਦੇ ਤਲ ਤੇ, ਕਰਮ ਕਾਂਡ ਸਿਰਫ ਸਰੀਰ ਨਹੀਂ ਕਰਨਾ ਹੈ, ਮਨ ਸ਼ਾਮਲ ਨਹੀਂ ਹੈ। ਮਨ ਦਾ ਇੱਕ ਬਹੁਤ ਛੋਟਾ ਜਿਹਾ ਭਾਗ ਉਸ ਵਿੱਚ ਸ਼ਾਮਲ ਹੈ। ਮੈਂ ਫਿਰ ਅਰਜ਼ ਕਰਾਂ, ਜਪਣਾ ਤੇ ਜ਼ਬਾਨ ਨੇ, ਤੇ ਜ਼ਬਾਨ ਸਰੀਰ ਦਾ ਹੀ ਅੰਗ ਹੈ, ਸਰੀਰਕ ਕਰਮ ਹੈ। ਅਗਰ ਮਨ ਸਰੋਤਾ ਨਹੀਂ तो ਜ਼ਬਾਨ ਦਾ ਬੋਲਿਆ ਹੋਇਆ ਹਵਾ ਚੁੜ ਜਾਂਦਾ ਹੈ। ਉਹ ਬਾਹਰ ਤੇ ਰਹਿ ਜਾਏਗਾ, ਅੰਦਰ ਪ੍ਰਵੇਸ਼ ਨਹੀਂ ਕਰੇ। ਇਸ ਵਾਸਤੇ ਗਾਵੀਏ, ਸੁਣੀਏ, ਮਨ ਰੱਖੀਏ। 8 ਘੰਟੇ ਕੋਈ ਬਾਣੀ ਗਾਇਨ ਕਰ ਰਿਹਾ ਹੈ, ਪੜ ਰਿਹਾ ਹੈ, ਉਸ ਦਾ ਮਨ ਸੁਣ ਨਹੀਂ ਰਿਹਾ। ਚਲੋ ਉਸ ਦੇ ਨਾਲ ਥੋੜੀ ਬਾਹਰ ਦੀ ਫਿਜ਼ਾ ਠੀਕ ਹੋਵੇਗੀ, ਉਹਦੀ ਮਨ ਦੀ ਦੁਨੀਆ ਨਹੀਂ ਬਦਲਣ ਲੱਗੀ, ਕਿਉਂਕਿ ਮਨ ਸੁਣਦਾ ਹੀ ਨਹੀਂ ਪਿਆ। ਗਾਵੀਏ, ਸੁਣੀਏ। ਇਹ ਸੁਰਤ ਦਾ ਮਾਰਗ ਹੈ। ਸੁਰਤ ਸਰੋਤਾ ਸ਼ਬਦ ਤੋਂ ਬਣਿਆ, ਸਰੋਤਾ ਸਰਵਨ ਤੋਂ ਬਣਿਆ, ਜੋ ਸੁਣ ਰਿਹਾ, ਜਿਹਦਾ ਮਨ ਸੁਣ ਰਿਹਾ, ਉਹਨੂੰ ਕਹਿੰਦੇ ਨੇ ਸਰੋਤਾ। ਇੱਕ ਦਫਾ ਮੈਂ ਦੁਹਰਾ ਦਿਆਂ, ਗੁਰੂ ਗ੍ਰੰਥ ਸਾਹਿਬ ਦੇ ਚ ਜਿਹੜਾ ਸੁਰਤ ਸ਼ਬਦ ਆਇਆ ਹੈ, ਇਹਦੇ ਅਰਥ 3 ਨੇ ਪ੍ਰਕਰਣ ਦੇ ਮੁਤਾਬਕ, ਸ਼ਬਦ ਦੀ ਚਾਲ ਦੇ ਮੁਤਾਬਕ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤੇ ਸੁਰਤ ਦੇ ਚ ਹੈ, ਸੁਣ ਰਿਹਾ। ਤੇ ਜੇ ਸੁਣ ਰਿਹਾ ਤੇ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਇਹਨੂੰ ਸੁਰਤ ਆ ਗਈ ਹੈ ਤਾਂ ਹੁਣ ਸੁਰਤ ਜੁੜ ਜਾਏਗੀ, ਹੁਣ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਧਰਮ ਸੁਰਤ ਦਾ ਮਾਰਗ ਹੈ। ਆਪ ਦੀ ਗਿਆਤ ਲਈ ਅਰਜ਼ ਕਰਾਂ, ਚਾਰੇ ਵੇਦਾਂ ਨੂੰ ਸ਼ਰੂਤੀ ਕਹਿੰਦੇ ਨੇ। ਪੀੜੀ ਦਰ ਪੀੜੀ, ਹਜ਼ਾਰਾਂ ਸਾਲ ਤੱਕ ਬ੍ਰਹਮਾ ਦੇ ਬੋਲ ਜੋ ਸੁਣ ਕੇ ਯਾਦ ਕੀਤੇ ਗਏ, ਇਸ ਵਾਸਤੇ ਵੇਦਾਂ ਦਾ ਨਾਂ ਸ਼ਰੂਤੀ ਹੈ। ਸੁਰਤ ਲੜਖੜਾਉਣ ਲੱਗ ਪਈ ਦੁਆਪੁਰ ਤੱਕ ਪਹੁੰਚਦੇ ਤਾਂ ਫਿਰ ਵਿਆਸ ਨੇ ਸੋਚਿਆ ਇਹ ਬ੍ਰਹਮੇ ਦੇ ਬੋਲ ਖੋ ਜਾਣਗੇ, ਕਿਉਂਕਿ ਲੋਕਾਂ ਦੀ ਸੁਰਤ, ਧਿਆਨ ਲੜਖੜਾਉਣ ਲੱਗ ਪਿਆ। ਸਮਝ ਘਟਦੀ ਜਾ ਰਹੀ ਹੈ, ਬਾਹਰ ਦੀ ਸਮਝ ਵੱਧਦੀ ਜਾ ਰਹੀ ਹੈ, ਅੰਦਰ ਦੀ ਘਟਦੀ ਜਾ ਰਹੀ ਹੈ। ਇੱਕ ਐਸਾ ਯੁੱਗ ਸੀ, ਅੰਦਰ ਦੀ ਸਮਝ ਬਹੁਤ ਸੀ, ਬਾਹਰ ਦੀ ਘਟ ਸੀ। ਬਾਹਰ ਮਿਹਨਤ ਨਾ ਕੀਤੀ, ਲੋੜਾਂ ਬਹੁਤ ਥੋੜੀਆਂ ਸਨ, ਇਸ ਵਾਸਤੇ ਬਾਹਰ ਬਹੁਤ ਮਿਹਨਤ ਵੀ ਨਾ ਕੀਤੀ। ਅੰਦਰ ਦੀ ਸਮਝ ਬੜੀ ਸੀ। ਹੈਰਾਨ ਹੁੰਦੇ ਨੇ ਸਾਰੀ ਦੁਨੀਆ ਦੇ ਧਾਰਮਿਕ ਰੁਚੀ ਰੱਖਣ ਵਾਲੇ ਮਨੁੱਖ ਕਿ ਹਿੰਦੁਸਤਾਨ ਦੇ ਧਾਰਮਿਕ ਗ੍ਰੰਥਾਂ 'ਚ ਬੜੀ ਗਹਿਰਾਈ ਹੈ, ਬਹੁਤ ਗਹਿਰਾਈ ਹੈ। ਔਰ ਅਜੇ ਵੀ ਉਹਨਾਂ ਦੀ ਪੂਰੀ ਗਹਿਰਾਈ ਤੱਕ ਜਾਣਾ, ਸਮਝਣਾ ਕਠਿਨ ਹੈ, ਕਿਉਂਕਿ ਅੰਦਰ ਦੀ
सूझ समझ दी कोशिश की थी। ਦੁਆਪਰ ਦੇ ਅੰਤ ਤੱਕ ਪਹੁੰਚਦਿਆਂ ਵੇਦਾਂ ਦੇ ਬੋਲ, ਗ੍ਰੰਥਾਂ ਦੇ ਬੋਲ, ਬ੍ਰਹਮੇ ਦੇ ਬੋਲ, ਰਿਸ਼ੀ ਮੁਨੀਆਂ ਦੇ ਬੋਲ ਲੋਕੀ ਭੁੱਲਣ ਲੱਗ ਪਏ ਸੀ। ਧਿਆਨ ਲੜਖੜਾਉਣ ਲੱਗ ਪਿਆ ਸੀ। ਅੰਦਰੂਨੀ ਸਮਝ ਕਮਜ਼ੋਰ ਹੁੰਦੀ ਗਈ, ਬੈਰੂਨੀ ਸਮਝ ਵੱਧਦੀ ਗਈ। ਤਾਂ ਉਸ ਵਕਤ ਦੇ ਇੱਕ ਮਹਾਨ ਲਿਖਾਰੀ ਸਾਹਿਤਕਾਰ ਵਿਆਸ ਨੇ ਉਹਨਾਂ ਬੋਲਾਂ ਨੂੰ ਲਿਖਣਾ ਸ਼ੁਰੂ ਕੀਤਾ। ਵੇਦ ਬ੍ਰਹਮੇ ਦੇ ਲਿਖੇ ਹੋਏ ਨਹੀਂ, ਵਿਆਸ ਦੇ ਲਿਖੇ ਹੋਏ ਨੇ। ਭਾਗਵਤ ਗੀਤਾ ਸ੍ਰੀ ਕ੍ਰਿਸ਼ਨ ਦੀ ਲਿਖੀ ਹੋਈ ਨਹੀਂ, ਵਿਆਸ ਦੀ ਲਿਖੀ ਹੋਈ ਹੈ। ਬਹੁਤ ਸਾਰੇ ਰਿਸ਼ੀ ਮੁਨੀਆਂ ਦੇ ਬੋਲ ਉਹਨਾਂ ਨੇ ਖੁਦ ਨਹੀਂ ਲਿਖੇ, ਵਿਆਸ ਨੇ ਲਿਖੇ ਨੇ। ਇਸ ਵਾਸਤੇ ਵਿਆਸ ਕਈ ਧਰਮ ਗ੍ਰੰਥਾਂ ਦਾ ਕਰਤਾ ਹੈ। ਭਾਗਵਤ ਪੁਰਾਣ ਉਸੇ ਨੇ ਲਿਖਿਆ, ਮਹਾਭਾਰਤ ਸਾਰਾ ਉਸੇ ਨੇ ਲਿਖਿਆ, ਭਵਿਸ਼ ਪੁਰਾਣ ਉਸੇ ਨੇ ਲਿਖਿਆ, वेदांत शास्त्र ਉਸੇ ਦਾ ਹੀ ਹੈ, ਚਾਰੇ ਵੇਦ ਉਸੇ ਨੇ ਲਿਖੇ ਨੇ। तमाम प्राचीन धार्मिक लिखारियां दे चों व्यास सिरमौर है। इस वास्ते भारत दे खास करके हिंदू जगत दे व्यास पूर्णिमा, व्यास पूजा होंदी, उस दिन ऋषि व्यास दी पूजा होंदी है। ਜਿਹੜੇ ਵਿਦਿਆਰਥੀ ਲੋਕ ਨੇ, ਜਿਹੜੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਲੋਕ ਨੇ, ਜੋ ਧਰਮ ਦਾ ਗਿਆਨ ਸੰਗ੍ਰਹਿ ਕਰਨਾ ਚਾਹੁੰਦੇ ਨੇ, ਉਹ ਦਿਨ ਵਿਆਸ ਦੀ ਪੂਜਾ ਕਰਦੇ ਨੇ, ਕਿਉਂਕਿ ਉਹ ਇਤਨਾ ਕੁਛ ਲਿਖ ਗਿਆ। ਉਹਦੀ ਲਿਖਤ ਦਾ ਨਾਮ ਪਿਆ ਸ਼ਰੂਤੀ, ਸੁਣਿਆ ਹੋਇਆ ਗਿਆਨ। ਸੁਣ ਸੁਣ ਕੇ ਜੋ ਸੰਗ੍ਰਹਿ ਕੀਤਾ ਸੀ, ਵਿਆਸ ਨੇ ਮਹਿਸੂਸ ਕੀਤਾ ਇਹ ਸੁਰਤ ਲੜਖੜਾਉਣ ਲੱਗ ਪਈ ਹੈ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਧਿਆਨ ਲੜਖੜਾਉਣ ਲੱਗ ਪਿਆ। समझ घट रही है क्योंकि समझ बाहर दी वध रही है। तो उस समय उदे मन ने ख्याल आया बोल बिल्कुल खो ना जान किधरे, लिखिए। तां फिर उसने लिखे सुरत सुनना, सुरत समझना, सुरत जुड़ना। वाहिगुरु वाहिगुरु मैं उच्चारण करा, इनू मन सुने, मन ਸਰੋਤਾ बने, इनू कहते हैं मन सुरत दे च है। अगर मन सुरत दे च है तो मन नू सुरत आ जाएगी, समझ आ जाएगी। अगर मन नू समझ आ गई है, सुरत आ गई है, तो सुरत जुड़ जाएगी, ध्यान जुड़ जाएगा, मन लीन हो जाएगा। गाविए सुनिए मन रखिए भाव। ਇਹ ਸੁਰਤ ਦਾ ਮਾਰਗ ਹੈ। ਹੁਣ ਮੈਂ ਅਰਜ਼ ਕਰਾਂ, ਬਣਾ ਬਣਾਇਆ ਕੋਈ ਮਾਰਗ ਪਰਮਾਤਮਾ ਦਾ ਨਹੀਂ ਹੈ, ਕਿਉਂਕਿ ਜ਼ਮੀਨ ਦਾ ਰਸਤਾ ਤੇ ਹੈ ਹੀ ਨਹੀਂ, ਸੁਰਤ ਦਾ ਮਾਰਗ ਹੈ। ਗੁਰੂ ਪੰਥ, ਪੰਥ ਕਹਿੰਦੇ ਨੇ ਰਸਤੇ ਨੂੰ, ਤੇ ਪੰਥ ਤੇ ਜਿਹੜਾ ਚਲੇ ਉਹਨੂੰ ਕਹਿੰਦੇ ਨੇ ਪੰਥੀ, ਰਾਹੀ, ਰਾਹਗੀਰ, ਰਸਤੇ ਤੇ ਚੱਲਣ ਵਾਲਾ। ਪੰਥ ਰਸਤਾ, पंथी जो रस्ते ते चलदा है, गुरु पंथ जो गुरु दे रस्ते ते चलदा है। ते हुण गुरु दा रस्ता की है? जमीन दा रस्ता नहीं है, कोई जमीनी सड़क नहीं है। ये सुरत दा मार्ग है। ये मार्ग चलदियां ही बनदा है, उंज नहीं है। बस गुरु ने एक समझ दे दी, इस वास्ते उसनूं कहंदे ने गुरु का पंथ। पर हुण कोई चलेगा ते रस्ता बनेगा, उंज नहीं है।